गुड मॉर्निंग पंजाब। सत श्री अकाल जी सारिਆਂ ਨੂੰ। ਤੁਸੀਂ ਵੇਖ ਰਹੇ ਹੋ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਤੁਹਾਡੇ ਨਾਲ ਮੈਂ ਅਮ੍ਰਿਤਾ ਗਰਗ ਹਾਜ਼ਰ ਹਾਂ ਲੈ ਕੇ ਇਸ ਵੇਲੇ ਦੀਆਂ ਮੁੱਖ ਖਬਰਾਂ ਤੇ ਸ਼ੁਰੂਆਤ ਅਹਿਮ ਖਬਰ ਦੇ ਨਾਲ ਕਰਾਂਗੇ ਜਿੱਥੇ ਪੰਜਾਬ ਦੇ ਵਿੱਚ ਮਿਸ਼ਨ 2022 ਨੂੰ ਲੈ ਕੇ ਤਿਆਰੀਆਂ ਕਾਫੀ ਤੇਜ਼ ਨੇ। ਹਰ ਪਾਸੇ ਪੋਸਟਰ ਹੀ ਪੋਸਟਰ ਨਜ਼ਰ ਆ ਰਹੇ ਨੇ, ਕਦੇ ਕਿਸੇ ਦੇ ਹੱਕ ਦੇ ਵਿੱਚ ਤਾਂ ਕਦੇ ਕਿਸੇ ਦੇ ਵਿਰੋਧ ਦੇ ਵਿੱਚ। ਇੱਕ ਅਜਿਹੀ ਹੀ ਪੋਸਟਰ ਵਾਲੀ ਸਿਆਸਤ ਪੰਜਾਬ ਕਾਂਗਰਸ ਦੇ ਅੰਦਰ ਨਜ਼ਰ ਆ ਰਹੀ ਹੈ। ਦੋ ਤਸਵੀਰਾਂ ਸੁਲਤਾਨਪੁਰ ਲੋਧੀ ਤੇ ਬਠਿੰਡਾ ਦੀਆਂ ਤੁਹਾਡੀ ਟੀਵੀ ਸਕਰੀਨ ਤੇ ਜਿੱਥੇ ਮੁੱਖ ਮੰਤਰੀ ਕੈਪਟਨ ਦੇ ਹੱਕ ਦੇ ਵਿੱਚ #कैप्टन फॉर 2022 ਦੇ ਨਾਰੇ ਹੇਠ ਪੋਸਟਰ ਲੱਗ ਰਹੇ ਨੇ। ਇੱਥੇ ਇੱਕ ਪਾਸੇ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨੇ ਸਾਡਾ ਸਾਂਝਾ ਨਾਰਾ ਕੈਪਟਨ ਦੁਬਾਰਾ ਦੇ ਪੋਸਟਰ ਲਗਾਏ ਤੇ ਨਾਲ ਹੀ ਯੂਥ ਕਾਂਗਰਸ ਵੱਲੋਂ ਬਠਿੰਡਾ ਦੇ ਵਿੱਚ ਪੋਸਟਰ ਲਗਾਏ ਗਏ ਨੇ। ਕੈਪਟਨ ਇੱਕ ਕੀ ਹੁੰਦਾ ਹੈ। कैप्टन साहब ने जिन्ने भी काम किए शलाघायोग किए ने। असी सरदार हरविंदर सिंह लाडी की अगवाई में अज पूरे बठिंडा देहाती में घट्टो घट्ट 500 फ्लैक्स लाने जा रहे हैं। सो असी शुरुआत की है। आने वाले 2022 इलैक्शन में असी कांग्रेस पार्टी वालों मेहनत करके सरदार हरविंदर सिंह लाडी को जिता के इतने कैप्टन साहब के हथ मजबूत करांगे। ਤੇ ਇਸੇ ਮਾਮਲੇ ਨੂੰ ਲੈ ਕੇ ਜੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਵਿਧਾਇਕ ਨਵਤੇਜ ਚੀਮਾ ਹੋਰਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। ਸਾਡੇ ਨਾਲ ਵਿਧਾਇਕ ਨਵਤੇਜ ਚੀਮਾ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਕੀ ਜ਼ਰੂਰਤ ਪਈ ਸੀਗੀ ਪੋਸਟਰ ਲਗਾਉਣ ਦੀ ਤੇ ਤੁਸੀਂ ਕਲੀਅਰ ਮੈਸੇਜ ਇਹ ਦੇ ਰਹੇ ਹੋ ਕਿ ਸਾਡੀ ਅਗਵਾਈ ਜਿਹੜੀ ਹੈ ਕਾਂਗਰਸ ਦੀ ਅਗਵਾਈ 2022 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਕਰਨਗੇ। ਦੇਖੋ ਇਲੈਕਸ਼ਨ ਦੇ ਵਿੱਚ ਜਿਹੜਾ ਸਮਾਂ ਬਹੁਤ ਥੋੜਾ ਰਹਿ ਗਿਆ, ਇਹ ਤਿਆਰੀ 22 ਦੀ ਹੋਣੀ ਕਰਾਂਗੇ ਤੇ ਫਿਰ ਜਾ ਕੇ ਇਹਨੂੰ ਆਪਾਂ ਤੁਸੀਂ ਦੇਖੋ ਨਾ ਦੂਸਰੀਆਂ ਪਾਰਟੀਆਂ ਅਕਾਲੀ ਦਲ ਹੋਵੇ ਚਾਹੇ ਦੂਸਰੀਆਂ ਪਾਰਟੀਆਂ ਹੋਣ ਉਹ ਟਿਕਟਾਂ ਤੱਕ ਵੰਡ ਰਹੀਆਂ ਔਰ ਪ੍ਰਚਾਰ ਆਪਣਾ ਜਿਹੜਾ ਕਾਫੀ ਉਹ ਕਰ ਰਿਹਾ ਹੈ। ਅਸੀਂ ਵੀ ਜਿਹੜਾ ਆਪਣੀ ਇਲੈਕਸ਼ਨ ਦੀ ਤਿਆਰੀ ਉਹਦੇ ਲਈ ਕੈਪਟਨ ਸਾਹਿਬ ਦੇਖੋ ਬੜੇ ਵੱਡੇ ਲੀਡਰ ਸਾਡੇ ਮੁੱਖ ਮੰਤਰੀ ਸਾਹਿਬ ਆ ਔਰ ਉਹਨਾਂ ਦਾ ਨਾਂ 'ਤੇ ਹੀ ਔਰ ਉਹਨਾਂ ਦੇ ਸਾਡੇ ਸੋਨੀਆ ਜੀ, ਰਾਹੁਲ ਜੀ, ਡਾਕਟਰ ਮਨਮੋਹਨ ਸਿੰਘ ਜੀ ਆ, ਉਹ ਸਾਰਿਆਂ ਦਾ ਕਰਕੇ ਪ੍ਰਚਾਰ ਅਸੀਂ ਜਿਹੜਾ 22 ਦੇ ਵਿੱਚ ਜਾਵਾਂਗੇ। ਫਿਰ ਹੀ ਹੁਣ ਤਿਆਰੀ ਕਰਾਂਗੇ, ਫਿਰ ਇਲੈਕਸ਼ਨ ਵਿੱਚ ਜਾ ਸਕਦੇ ਹਾਂ। ਜੇ ਬਿਲਕੁਲ ਨੇੜੇ ਜਾ ਕੇ ਤਿਆਰੀ ਕੀਤੀ ਫਿਰ ਇਲੈਕਸ਼ਨ ਦਾ ਉਹ ਤੁਸੀਂ ਬਰਾਬਰ ਨਹੀਂ ਆ ਸਕਦੇ ਅਤੇ ਇਸ ਕਰਕੇ ਇਹ ਤਿਆਰੀ ਸ਼ੁਰੂ ਕਰਤੀ। ਅੱਜ 1.5 ਸਾਲ ਕਰੋਨਾ ਨਾਲ ਲੜਦਿਆਂ ਨੂੰ ਹੋ ਗਿਆ, ਕਿਸਾਨੀ ਸੰਘਰਸ਼ ਚੱਲ ਰਿਹਾ। ਆ ਤੁਸੀਂ ਪੜ੍ਹਿਆ ਹੋਣਾ ਕੱਲ੍ਹ RDF ਬਿਲਕੁਲ ਬੰਦ ਕਰਤਾ ਸਾਡਾ। ਇਹਨਾਂ ਹਾਲਾਤਾਂ ਦੇ ਵਿੱਚ 1.5 ਸਾਲ ਤੋਂ ਸਰਕਾਰ ਚਲਾਉਣੀ, ਤਨਖਾਹਾਂ ਨਹੀਂ ਰੁਕਣ ਦੇਣੀਆਂ, ਡਿਵੈਲਪਮੈਂਟ ਜਿਹੜੀ ਪੂਰੀ ਚੱਲ ਰਹੀ ਆ, ਹਰ ਜਿਹੜਾ ਸਿਸਟਮ ਚੱਲ ਰਿਹਾ ਉਹ ਕੈਪਟਨ ਅਮਰਿੰਦਰ ਸਿੰਘ ਵਰਗਾ ਮੁੱਖ ਮੰਤਰੀ ਹੀ ਜਿਹੜੇ ਸਿਆਣਪਣਾ ਚਲਾ ਰਹੇ ਆ। ਉਸ ਕਰਕੇ ਇਹ ਕੈਪਟਨ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ ਅਤੇ ਆਪਾਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ। ਲੋਕਾਂ ਨੂੰ ਆਪਣੇ ਕੰਮ ਔਰ ਜਿਹੜੇ ਤੁਹਾਨੂੰ ਦੱਸਿਆ ਵੀ ਕੈਪਟਨ ਇੱਕ ਹੀ ਕੈਪਟਨ ਆ ਉਹ ਲੋਕਾਂ ਨੂੰ ਦੱਸ ਰਿਹਾ। ਸਾਂਝਾ ਨਾਰਾ ਕੈਪਟਨ ਦੁਬਾਰਾ, ਇਹ ਤੁਸੀਂ ਕਿਹਾ ਹੈ ਆਪਣੇ ਪੋਸਟਰ ਦੇ ਰਾਹੀਂ। ਕਿੰਨੇ ਹੋਰ ਵਿਧਾਇਕ ਨੇ ਜਿਹੜੇ ਅਜਿਹਾ ਸੋਚਦੇ ਨੇ ਤੇ ਮੰਨਦੇ ਨੇ, ਕਿਉਂਕਿ ਪਹਿਲੇ ਤੁਸੀਂ ਵਿਧਾਇਕ ਹੋ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਪੋਸਟਰ ਜਿਹੜੇ ਨੇ, ਹੋਰਡਿੰਗਸ ਜਿਹੜੇ ਨੇ ਆਪਣੇ ਇਲਾਕੇ ਦੇ ਵਿੱਚ ਲਗਾਏ ਨੇ। ਦੇਖੋ ਪੋਲੀਟਿਕਸ ਜਾਂ MLA ਬਣਨਾ ਕੋਈ ਚੀਜ਼ ਨਹੀਂ ਹੁੰਦੀ, ਤੁਹਾਡੀ ਜ਼ਮੀਰ ਵੀ ਕੋਈ ਚੀਜ਼ ਹੁੰਦੀ ਆ। ਮੇਰੇ ਸੁਲਤਾਨਪੁਰ ਲੋਧੀ ਹਲਕੇ ਦੇ ਵਿੱਚ ਜਿੰਨਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਡਿਵੈਲਪਮੈਂਟ ਕਰਾਈ ਹੈ, ਕਦੀ 70 ਸਾਲ ਦੇਸ਼ ਆਜ਼ਾਦ ਨੂੰ ਹੋ ਗਿਆ ਉਹ ਤੋਂ ਪਹਿਲਾਂ ਕਦੀ ਸੁਣੀ ਸੀ ਨਾ ਦੇਖੀ ਸੀ ਨਾ ਗਾਂ ਦੇਖਣੀ ਆ। ਔਰ ਇੰਨੀ ਜਿਹੜੀ ਡਿਵੈਲਪਮੈਂਟ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੇ ਕੀਤਾ ਤਾਂ ਅਸੀਂ ਵੀ ਇੰਨੇ ਆਸਾਨ ਫਰਾਮੋਸ਼ ਨਹੀਂ ਹੋਣੇ ਚਾਹੀਦਾ ਵੀ ਆਪਾਂ ਉਹ ਬਿਲਕੁਲ ਭੁੱਲ ਕੇ ਅੱਜ ਜੇ ਕੋਈ ਡਾਵਾਂਡੋਲ ਸਥਿਤੀ ਆਉਂਦੀ ਹੈ ਤਾਂ ਅਸੀਂ ਆਪਣੇ ਲੀਡਰ ਦੇ ਨਾਲ ਨਾ ਖੜੇ ਹੋਈਏ। ਕੈਮਰਾਮੈਨ ਪ੍ਰਮੋਦ ਨੇਗੀ ਦੇ ਨਾਲ ਨਿਤਿਕਾ ਮਹੇਸ਼, ਪ੍ਰੀਜ਼ੀ ਮੀਡੀਆ, ਚੰਡੀਗੜ੍ਹ। ਤੇ ਉਧਰ ਗੁਰਦਾਸਪੁਰ ਤੋਂ ਸੰਸਦ ਸਨੀ ਦਿਓਲ ਦੇ ਖਿਲਾਫ ਵੀ ਮੁੜ ਤੋਂ ਪੋਸਟਰਸ ਲੱਗੇ ਨੇ। ਨੌਜਵਾਨਾਂ ਨੇ ਸੰਸਦ ਦੀ ਗੁੰਮਸ਼ੁਦਗੀ ਦੇ ਪੋਸਟਰ ਇੱਕ ਵਾਰ ਫਿਰ ਤੋਂ ਲਗਾਏ ਨੇ। ਸ਼ਹਿਰ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ। ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਚੋਣਾਂ 'ਚ ਨੌਜਵਾਨ ਤੇ ਹਲਕਾ ਵਾਸੀਆਂ ਨੇ ਸਨੀ ਦਿਓਲ ਨੂੰ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਜਿਤਾਇਆ ਸੀ, ਇਸ ਲਈ ਤਾਂ ਜੋ ਉਹ ਲੋਕਾਂ ਦੇ ਕੰਮ ਕਰ ਸਕਣ। ਲੋਕਾਂ ਨੂੰ ਭਰੋਸਾ ਸੀ ਪਰ ਜਿੱਤਣ ਤੋਂ ਬਾਅਦ ਹਲਕੇ ਦੇ ਲੋਕਾਂ ਦੀ ਸਾਰ ਵੀ ਨਹੀਂ ਲਈ ਸਨੀ ਦਿਓਲ ਨੇ। ਨਾ ਤਾਂ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨਾਂ ਦੀ ਬਾਂਹ ਫੜੀ, ਨਾ ਕਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਹਲਕਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ। ਸਮੁੱਚਾ ਨੌਜਵਾਨ ਵਰਗ ਸਨੀ ਦਿਓਲ ਤੋਂ ਖਫਾ ਹੈ। ਇਸ ਦੇ ਚੱਲਦਿਆਂ ਅੱਜ ਉਹਨਾਂ ਸ਼ਹਿਰ ਅੰਦਰ ਸਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਚਿਪਕਾਏ। ਸੈਲੀਬ੍ਰਿਟੀ ਨੂੰ ਬੜਾ ਜਿਤਾ ਕੇ ਭੇਜਿਆ ਸੀਗਾ ਇਸ ਉਮੀਦਾਂ ਦੇ ਨਾਲ ਕਿ ਚਲੋ ਸਾਡੇ ਗੁਰਦਾਸਪੁਰ ਦਾ ਜਿਹੜਾ ਇੰਡਸਟਰੀਅਲ ਇਸ਼ੂ ਆ ਜਾਂ ਰੁਜ਼ਗਾਰੀ ਦਾ ਇਸ਼ੂ ਆ ਜਾਂ ਹੋਰ ਕਈ ਜਿਹੜੀ ਸਮੱਸਿਆਵਾਂ ਨੇ ਉਹ ਜਿਹੜੇ ਹੱਲ ਹੋਣਗੇ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 2.5 ਸਾਲ ਦਾ ਸਮਾਂ ਗੁਜ਼ਰ ਗਿਆ ਪਰ ਅੱਜ 2021 ਹੋ ਗਿਆ ਤੇ ਉਹਨਾਂ ਨੇ ਇੱਕ ਵਾਰ ਵੀ ਜ਼ਰੂਰੀ ਨਹੀਂ ਸਮਝਿਆ ਕਿ ਗੁਰਦਾਸਪੁਰ ਦੇ ਵਿੱਚ ਆਣ ਕੇ ਆਮ ਲੋਕ ਤੇ ਗਰੀਬ ਲੋਕਾਂ ਦੀ ਸਾਰ ਲਈ ਜਾਵੇ। ਆਪਣੇ ਆਪ ਨੂੰ ਪੰਜਾਬ ਦਾ ਪੁੱਤਰ ਕਹਿਣ ਵਾਲਾ ਸਨੀ ਦਿਓਲ ਅੱਜ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਨਾਲ ਗਦਾਰੀ ਕਰ ਚੁੱਕਿਆ। ਜੋ ਉਹਦੇ ਪੁੱਤਰ ਹੋਣ ਦੇ ਫਰਜ਼ ਬਣਦੇ ਸੀ ਉਹ ਤੇ ਆਪਣੇ ਗੁਰਦਾਸਪੁਰ ਦੇ ਲੋਕਾਂ ਦੇ ਨਾਲ ਵੀ ਨਹੀਂ ਨਿਭਾ ਸਕਿਆ। ਔਰ ਅੱਜ ਅਸੀਂ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਕੰਪੇਨਿੰਗ ਕੀਤੀ ਉੱਦਾਂ ਹੀ ਸੜਕਾਂ ਦੇ ਉੱਤੇ ਘੁੰਮ ਕੇ
ਜਿਹੜਾ ਯੂਥ ਉਹਦੇ ਵਾਸਤੇ ਵੋਟਾਂ ਮੰਗਦਾ ਸੀ, ਅੱਜ ਉਸ ਦੀ ਗੁੰਮਸ਼ੁਦਗੀ ਦੇ ਪੋਸਟਰ ਘਰ ਘਰ ਲਗਾ ਰਹੇ ਆ। ਕੇਂਦਰ ਸਰਕਾਰ ਨੇ ਪੰਜਾਬ ਨੂੰ ਅਕਤੂਬਰ 2020 ਦੇ ਵਿੱਚ ਖਰੀਦੇ 202 ਲੱਖ ਟਨ ਝੋਨੇ ਤੇ ਹੋਣ ਵਾਲੀ ਚੌਲਾਂ ਦੀ ਡਿਲੀਵਰੀ ਰੋਕ ਦਿੱਤੀ ਹੈ। ਤੁਹਾਨੂੰ ਦੱਸ ਦਈਏ, ਸੂਬਾ ਸਰਕਾਰ ਨੇ ਹੁਣ ਤੱਕ 112 ਲੱਖ ਟਨ ਚੌਲ ਹੀ ਦਿੱਤਾ ਹੈ, ਬਾਕੀ ਦੀ ਡਿਲੀਵਰੀ ਅਜੇ ਰਹਿੰਦੀ ਹੈ। ਜਾਣਕਾਰੀ ਇਹ ਵੀ ਹੈ ਕਿ FCIA ਨੇ ਵੈਰੀਫਿਕੇਸ਼ਨ ਦੇ ਨਾਂ ਤੇ ਡਿਲੀਵਰੀ ਤੇ ਰੋਕ ਲਗਾਈ ਗਈ ਹੈ। ਇਸ ਤੋਂ ਨਾਰਾਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਚਿੱਠੀ ਲਿਖੀ। ਉਹਨਾਂ ਨੇ ਕਿਹਾ ਕਿ ਕਦੇ ਵੈਰੀਫਿਕੇਸ਼ਨ ਦੇ ਨਾਂ ਤੇ ਕਦੇ ਕਿਸੇ ਹੋਰ ਕਾਰਨ ਡਿਲੀਵਰੀ ਰੋਕ ਦਿੱਤੀ ਜਾਂਦੀ ਹੈ, ਕਿਉਂ ਕੀਤਾ ਜਾ ਰਿਹਾ ਹੈ। ਉਧਰ ਕੋਟਕਪੂਰਾ ਗੋਲੀकांड ਮਾਮਲੇ ਦੀ ਜਾਂਚ ਦੇ ਵਿੱਚ ਵੀ ਕਾਫੀ ਤੇਜ਼ੀ ਵੇਖੀ ਜਾ ਰਹੀ। ਤਤਕਾਲੀ ਪੁਲਿਸ ਮੁਲਾਜ਼ਮਾਂ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ। ਉਮਰਾ ਨੰਗਲ, ਮੰਤਾਰ ਬਰਾੜ, ਚਰਨਜੀਤ ਸ਼ਰਮਾ ਸਣੇ ਕਈ ਮੁਲਾਜ਼ਮ ਪੁਰਾਣੇ ਜਾਂ ਤਤਕਾਲੀ SIT ਸਾਹਮਣੇ ਪੇਸ਼ ਹੋਏ। ਰਣਬੀਰ ਸਿੰਘ ਖੱਟੜਾ ਸਮੇਤ ਕਈ ਅਧਿਕਾਰੀ ਪੇਸ਼ ਹੋਏ ਬੀਤੇ ਦਿਨ। ਜਾਂਚ ਕਰ ਰਹੀ ਨਵੀਂ ਗਠਿਤ SIT ਜੋ ਕਿ LK ਯਾਦਵ ਹੋਰਾਂ ਦੀ ਨਿਗਰਾਨੀ ਦੇ ਵਿੱਚ ਕੰਮਕਾਜ ਕਰ ਰਹੀ ਹੈ, ਉਸ ਵੱਲੋਂ ਫਿਰ ਤੋਂ ਪੁੱਛ ਪੜਤਾਲ ਕੀਤੀ ਗਈ। ਬਹੁਤ ਲੰਬੀ ਜਿਹੜੀ ਹੈਗੀ ਹੈ, ਕਈ ਘੰਟਿਆਂ ਦੀ ਪੁੱਛਗਿੱਛ ਹੋਈ। ਸਵੇਰੇ 9 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਜਿਹੜੀ ਹੈਗੀ ਹੈ ਇਹ ਪੁੱਛਗਿੱਛ ਜਾਰੀ ਰਹੀ। ਇਸ ਦੇ ਵਿੱਚ ਸਾਬਕਾ ਵਿਧਾਇਕ ਮੰਤਾਰ ਬਰਾੜ, ਇਸ ਦੇ ਵਿੱਚ ਸਸਪੈਂਡ ਕੀਤੇ ਗਏ IG ਪਰਮਰਾਜ ਉਮਰਾ ਨੰਗਲ, ਇਸ ਤੋਂ ਇਲਾਵਾ ਇੱਕ ਸਾਬਕਾ SSP ਔਰ ਇੱਕ ਸਾਬਕਾ SDM ਤੇ OSD ਲੈਵਲ ਦੇ ਪੱਧਰ ਦੇ ਜਿਹੜੇ ਅਧਿਕਾਰੀ ਹੈ, ਉਹਨਾਂ ਤੋਂ ਜਿਹੜੀ ਹੈਗੀ ਹੈ ਇਹ ਪੁੱਛਗਿੱਛ ਹੋਈ। ਬਹੁਤ ਘੰਟਿਆਂ ਬੱਧੀ ਜਿਹੜੀ ਇਹ ਪੁੱਛਗਿੱਛ ਚੱਲੀ ਔਰ ਸੂਤਰਾਂ ਤੋਂ ਨਿਕਲ ਕੇ ਆ ਰਹੀ ਜਾਣਕਾਰੀ ਤੋਂ ਇਹ ਜ਼ਰੂਰ ਸਾਫ਼ ਹੋ ਸਕਿਆ ਕਿ ਇਸ ਦੇ ਵਿੱਚ ਬਹੁਤ ਲੰਮੇ ਸਵਾਲਾਂ ਦੀ ਜਿਹੜੀ ਇੱਕ ਝੜੀ ਲੱਗੀ ਸੀ। ਇੱਕ ਤੋਂ ਬਾਅਦ ਇੱਕ ਸਵਾਲ ਜਿਹੜੇ ਹੈਗੇ ਆ ਉਹ ਉਸ ਸਮੇਂ ਦੇ ਜਿਹੜੇ ਉੱਥੇ ਮੌਜੂਦ ਅਫਸਰ ਸੀਗੇ ਜਾਂ ਪ੍ਰਸ਼ਾਸਨਿਕ ਅਫਸਰ ਸੀਗੇ, ਪੁਲਿਸ ਅਫਸਰ ਸੀਗੇ, ਉਹਨਾਂ ਨੂੰ ਇੱਕ ਤੋਂ ਇੱਕ ਸਵਾਲ ਜਿਹੜੇ ਹੈ SIT ਦੇ ਸਾਹਮਣੇ ਬਿਠਾ ਕੇ ਪੁੱਛੇ ਗਏ ਔਰ ਇਸ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਅੱਗੇ ਹੋਰ ਪੁੱਛ ਪੜਤਾਲ ਹੋਣ ਦੀ ਵੀ ਖਬਰ ਸਾਡੇ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਇਸ ਨੂੰ ਹੋਰ ਤੇਜ਼ ਕਰਕੇ, ਇਸ ਨੂੰ ਹੋਰ ਗਤੀ ਦੇ ਕੇ ਇਹ ਸਿੱਟ ਜਿਹੜੀ ਹੈ ਜਲਦ ਕਿਸੇ ਨਤੀਜੇ ਤੱਕ ਪਹੁੰਚ ਸਕਦੀ ਹੈ। ਹਾਲਾਂਕਿ ਅਦਾਲਤ ਵੱਲੋਂ ਇਸ ਨੂੰ 6 ਮਹੀਨੇ ਦੇ ਅੰਦਰ ਅੰਦਰ ਨਿਪਟਾਉਣ ਦਾ ਸਮਾਂ ਦਿੱਤਾ ਗਿਆ, ਜਦੋਂ ਕਿ ਸਰਕਾਰ ਦੇ ਆਪਣੀ ਜਿਹੜੇ ਇਸ SIT ਨੂੰ ਲੈ ਕੇ ਲਗਾਤਾਰ ਸਵਾਲ ਉਠਾ ਰਹੇ ਸੀ, ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਹੀਨੇ ਦੇ ਅੰਦਰ ਅੰਦਰ ਰਿਪੋਰਟ ਚਾਹੀਦੀ ਹੈ। ਤੇ ਜਿਸ ਤਰੀਕੇ ਦੇ ਨਾਲ SIT ਦਾ ਕੰਮ ਚੱਲ ਰਿਹਾ ਹੈ ਤੇ ਬਹੁਤ ਜਲਦ ਜਿਹੜਾ ਹੈ ਇਹ ਦੱਸ ਰਹੇ ਆ ਸਾਡੇ ਸੂਤਰ ਕਿ SIT ਕਿਸੇ ਨਤੀਜੇ ਤੇ ਅਪੜ ਸਕਦੀ ਹੈ। ਜਿਸ ਤਰੀਕੇ ਦੇ ਨਾਲ ਇਹ ਜਾਂਚ ਚੱਲ ਰਹੀ ਹੈ, ਪਿਛਲੇ ਹਫਤੇ ਸੁਮੇਧ ਸੈਣੀ ਜੋ ਕਿ ਸਾਬਕਾ DGP ਪੰਜਾਬ ਪੁਲਿਸ, ਉਹਨਾਂ ਤੋਂ ਪੁੱਛਗਿੱਛ ਹੋਈ। ਉਸ ਤੋਂ ਬਾਅਦ IG ਉਮਰਾ ਨੰਗਲ, ਉਸ ਤੋਂ ਬਾਅਦ ਮੰਤਾਰ ਬਰਾੜ ਜਿਹੜੇ ਕਿ ਉੱਥੇ ਵਿਧਾਇਕ ਸੀ, ਉੱਥੇ ਦੇ SDM, ex-SDM, ਉੱਥੇ ਦੇ ਜਿਹੜੇ ਹੋਰ ਅਫਸਰਾਨ ਸੀਗੇ, IAS ਅਫਸਰ ਸੀਗੇ, ਉਹਨਾਂ ਤੋਂ ਵੀ ਬਹੁਤ ਲੰਮੀ ਕਈ ਘੰਟਿਆਂ ਦੀ ਪੁੱਛਗਿੱਛ ਹੋਈ ਹੈ ਔਰ ਯਕੀਨਨ ਤੌਰ ਦੇ ਉੱਤੇ ਉਹ ਸਾਰੇ ਸਵਾਲ ਹੋਣਗੇ ਜਿਹੜੇ ਲੋਕ ਮਨਾਂ 'ਚ ਹੋਏ ਹੈ ਕਿ ਕਿਸ ਦੇ ਕਹਿਣ ਤੇ ਕਦੋਂ ਕਿਵੇਂ ਇਸ ਨੂੰ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਅਸਲ ਉੱਥੇ ਮੰਜ਼ਰ ਕੀ ਸੀ ਤੇ ਕਿਵੇਂ ਬਣਿਆ ਸੀ, ਉਸ ਪਿੱਛੇ ਜ਼ਿੰਮੇਵਾਰ ਕੌਣ ਸੀ। ਕੈਮਰਾਮੈਨ ਪ੍ਰਮੋਦ ਦੇ ਨਾਲ ਨਵਜੋਤ ਸਿੰਘ ਢਾਲੀਵਾਲ, ਜ਼ੀ ਮੀਡੀਆ, ਚੰਡੀਗੜ੍ਹ। ਨਿੱਜੀ ਹਸਪਤਾਲਾਂ ਦੇ ਵਿੱਚ ਵੈਕਸੀਨ ਦਾ ਫਿਕਸ ਰੇਟ ਜਾਰੀ ਕਰ ਦਿੱਤਾ ਗਿਆ। ਨਿੱਜੀ ਹਸਪਤਾਲਾਂ ਦੇ ਵਿੱਚ ਹੁਣ 780 ਰੁਪਏ ਦੇ ਵਿੱਚ ਕੋਵਿਸ਼ੀਲਡ ਲੱਗੇਗੀ, ਕੋਵੈਕਸੀਨ ਲੱਗੇਗੀ 1410 ਰੁਪਏ ਦੇ ਵਿੱਚ ਤੇ ਸਪੁਤਨਿਕ ਵੀ ਜੇ ਕਿਸੇ ਨੇ ਲਵਾਣੀ ਹੈ ਤਾਂ 1145 ਰੁਪਏ ਦੇ ਵਿੱਚ ਸਪੁਤਨਿਕ ਵੀ ਲੱਗੇਗੀ। ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਤੈਅ ਕੀਮਤਾਂ ਲਾਗੂ ਕਰਨ ਦੇ ਲਈ ਕਹਿ ਦਿੱਤਾ। ਕੋਵਿਨ ਪੋਰਟਲ ਤੇ ਵੀ ਅਪਡੇਟ ਹੋਵੇਗਾ ਵੈਕਸੀਨ ਦਾ ਨਵਾਂ ਰੇਟ। ਸੋ ਜੋ ਲੋਕਾਂ ਵੱਲੋਂ ਵੈਕਸੀਨ ਲਵਾਈ ਜਾਣੀ ਹੈ ਪ੍ਰਾਈਵੇਟ ਹਸਪਤਾਲਾਂ ਤੋਂ, ਜਿਨ੍ਹਾਂ ਨੇ ਵੈਕਸੀਨ ਲਵਾਉਣੀ ਹੈ, ਖਾਸ ਤੌਰ ਤੇ ਉਹਨਾਂ ਦੇ ਲਈ ਅਹਿਮ ਇਹ ਖਬਰ, ਰੇਟਸ ਜੋ ਨੇ ਨਿਰਧਾਰਿਤ ਕਰ ਦਿੱਤੇ ਗਏ ਨੇ। ਇਸ ਤੋਂ ਵੱਧ ਰੇਟ ਦੇ ਵਿੱਚ ਜੇ ਕਿਤੇ ਵੈਕਸੀਨ ਤੁਹਾਨੂੰ ਲਗਾਈ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਕੰਪਲੇਂਟ ਕੀਤੀ ਜਾ ਸਕਦੀ ਹੈ। वैक्सीन में जो महामारी के दौरान जो मुनाफाखोरी करने की कोशिश की गई है, उसके लिए हेल्थ मिनिस्टर तुरंत इस्तीफा दें और इस स्कैंडल की CBI जांच हो ताकि लोगों के सामने सच्चाई आ सके कि किन लोगों ने महामारी के दौर में ये व्यापार जो है अनएथिकल ये करना शुरू किया कि 600 रुपये प्रॉफिट एक डोज से सरकार ने कमाना शुरू किया प्राइवेट को बेचकर, आगे उनको 500-600 रुपया और कमाने की जो है वो परमिशन दी।
ਪੰਜਾਬ ਦੇ ਵਿੱਚ ਮਸਲਾ ਇੱਕ ਨਹੀਂ ਹੈ। ਇੱਕ ਪਾਸੇ ਵੈਕਸੀਨ, ਦੂਜੇ ਪਾਸੇ ਖਾਨਾ ਜੰਗੀ, ਤੀਜੇ ਪਾਸੇ ਸਕਾਲਰਸ਼ਿਪ ਦਾ ਮੁੱਦਾ। 2 ਲੱਖ ਐਸਸੀ ਵਿਦਿਆਰਥੀਆਂ ਦੇ ਰੋਲ ਨੰਬਰ ਰੋਕੇ ਜਾਣ ਦਾ ਮਾਮਲਾ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਗਿਆ ਤੇ ਐਸਸੀ ਵਿਦਿਆਰਥੀਆਂ ਦੇ ਰੋਲ ਨੰਬਰ ਜਲਦ ਜਾਰੀ ਕਰਨ ਦੇ ਹੁਕਮ ਦਿੱਤੇ ਗਏ। ਵਿਜੇ ਸਾਂਪਲਾ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਗਲਤੀਆਂ ਸਰਕਾਰ ਦੀਆਂ ਨੇ ਤੇ ਭੁਗਤਾਨ ਕਰਨਾ ਪੈ ਰਿਹਾ ਹੈ। 2 ਲੱਖ ਐਸਸੀ ਵਿਦਿਆਰਥੀਆਂ ਨੂੰ ਆਖਰ ਕਿਉਂ? ਵਿਦਿਆਰਥੀਆਂ ਦਾ ਭਵਿੱਖ ਇਸ ਤਰ੍ਹਾਂ ਖਰਾਬ ਨਹੀਂ ਕੀਤਾ ਜਾ ਸਕਦਾ। ਸਰਕਾਰ ਨੂੰ ਚੇਤਾਵਨੀ ਦਿੱਤੀ ਗਈ। अनुसूचित जाति के विद्यार्थियों के साथ जो अन्याय हो रहा है उसकी रिस्पॉन्सिबिलिटी पूर्ण रूप से स्टेट गवर्नमेंट की ही रहती है। और क्योंकि सेंट्रल गवर्नमेंट की योजनाओं को इम्प्लीमेंट करने की जो एजेंसी रहती है वो स्टेट गवर्नमेंट होती है। तो अगर कहीं प्रॉब्लम होती है तो उसके दोषी को रूप में प्रदेश सरकारों को ही माना जाता है। और सबसे बड़ी देखने की बात है कि पूरे देश में ये योजनाएं चल रही हैं और पूरे देश में सभी प्रदेशों में से कहीं भी आपको ये समस्या नज़र नहीं आई होगी, तो सिर्फ पंजाब में ही ऐसी क्यों? ਤੇ ਇਸੇ ਸਕਾਲਰਸ਼ਿਪ ਮਾਮਲੇ ਤੇ ਵਿਧਾਇਕ ਰਾਜਕੁਮਾਰ ਚੱਬੇਵਾਲ ਵੱਲੋਂ ਵੀ ਕੇਂਦਰ ਸਰਕਾਰ ਨੂੰ ਘੇਰਿਆ ਗਿਆ ਤੇ ਉਹਨਾਂ ਕਿਹਾ ਸਰਕਾਰ ਦਲਿਤ ਬੱਚਿਆਂ ਦੇ ਵਜ਼ੀਫੇ ਦੇ ਮਾਮਲੇ ਦੇ ਵਿੱਚ ਸਿਆਸਤ ਕਰ ਰਹੀ ਹੈ, ਜਦਕਿ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਲਾਗੂ ਕੀਤੀ ਸੀ। ਜ਼ਰੂਰਤ ਸੀ ਕਿ ਸਕੀਮ ਨੂੰ ਜਾਰੀ ਰੱਖਿਆ ਜਾਂਦਾ। ਪਹਿਲਾਂ ਸੂਬਾ ਸਰਕਾਰ ਦਾ ਹਿੱਸਾ 10% ਸੀ, ਫਿਰ ਕੇਂਦਰ ਵੱਲੋਂ ਉਸ ਨੂੰ 40% ਕਰ ਦਿੱਤਾ ਗਿਆ। ਚੱਬੇਵਾਲ ਹੋਰਾਂ ਨੇ ਕਿਹਾ ਕਿ ਵਜ਼ੀਫੇ ਦਾ ਪੈਸਾ ਦੇਣ ਦੇ ਲਈ ਤਿਆਰ ਹਾਂ, ਪਰ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਵੀ ਵਜ਼ੀਫੇ ਦਾ ਪੈਸਾ ਨਹੀਂ ਦਿੱਤਾ ਗਿਆ। ਹੁਣ ਇਸ ਵਕਤ ਸਾਡੇ ਨਾਲ ਮੌਜੂਦ ਨੇ ਐਮਐਲਏ ਰਾਜਕੁਮਾਰ ਚੱਬੇਵਾਲ ਜੀ। ਚੱਬੇਵਾਲ ਸਾਹਿਬ, ਕਿਵੇਂ ਵੇਖਦੇ ਹੋ ਤੁਸੀਂ ਕਿ ਪੂਰੀ ਜਿਹੜੀ ਇਹ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ? ਇੱਕ ਪਾਸੇ ਦਲਿਤ ਸਟੂਡੈਂਟਸ ਪਰੇਸ਼ਾਨ ਨੇ, ਦੂਜੇ ਪਾਸੇ ਜਿਹੜੇ ਕਾਲਜ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਕਾਲਰਸ਼ਿਪ ਜਿਹੜੀ ਕਿ ਉਹਨਾਂ ਦੀ ਨਹੀਂ ਪਹੁੰਚ ਰਹੀ, ਤੇ ਕੀ ਲੱਗਦਾ ਤੁਹਾਨੂੰ ਜ਼ਿੰਮੇਵਾਰ ਕੌਣ ਹੈ? ਦੇਖੋ, ਜਿੱਥੇ ਤੱਕ ਇਹ ਮੁੱਦਾ ਹੈ ਇਸ ਦੇ ਵਿੱਚ ਦਲਿਤ ਵਿਦਿਆਰਥੀਆਂ ਦੇ ਨਾਲ ਇੱਕ ਸਿਆਸਤ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ। ਉਹਨਾਂ ਦੇ ਨਾਲ ਖੇਡ ਖੇਡਿਆ ਜਾ ਰਿਹਾ ਔਰ ਇਸ ਦਾ ਜੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਜੇਕਰ ਮੈਂ ਤੁਹਾਨੂੰ ਬਰੀਫਲੀ ਦੱਸਣਾ ਚਾਹਾਂਗਾ ਕਿ ਇਹ ਡਾਕਟਰ ਮਨਮੋਹਨ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਸੀ ਔਰ ਇਸ ਸਕੀਮ ਦੇ ਤਹਿਤ ਜਿਹੜਾ 90% ਸ਼ੇਅਰ ਸੀ ਉਹ ਯੂਨੀਅਨ ਗਵਰਨਮੈਂਟ ਵੱਲੋਂ ਦਿੱਤਾ ਜਾਂਦਾ ਸੀ ਔਰ 10% ਸ਼ੇਅਰ ਜਿਹੜਾ ਉਹ ਸਟੇਟ ਗਵਰਨਮੈਂਟਸ ਦਿੰਦੀਆਂ ਸੀ। ਔਰ ਇਹ ਜਿਹੜੀ ਸਕੀਮ ਹੈ 2007 ਤੋਂ 12 ਤੱਕ ਚੱਲੀ, 12 ਤੋਂ ਬਾਅਦ ਫਿਰ 5 ਸਾਲ ਲਈ ਕੰਟੀਨਿਊ ਕੀਤਾ ਗਿਆ 17 ਤੱਕ। ਔਰ ਜਦੋਂ ਇਹਨਾਂ ਦੀ ਸਰਕਾਰ ਆਈ, ਇਹ ਆਪਣੇ ਆਪ ਨੂੰ ਦਲਿਤ ਹਿਤੈਸ਼ੀ ਇੰਨਾ ਕੁ ਸਮਝਦੇ ਆ ਕਿ ਇਹਨਾਂ ਨੇ 17 ਤੋਂ ਬਾਅਦ ਇਹ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆ ਇਹਨੂੰ ਕੰਟੀਨਿਊ ਨਹੀਂ ਕੀਤਾ ਔਰ ਇਸ ਦੇ ਬਾਰੇ ਕੋਈ ਚਰਚਾ ਹੀ ਨਹੀਂ ਕੀਤੀ। ਔਰ ਉਸ ਤੋਂ ਬਾਅਦ 3 ਸਾਲ ਦਾ ਜਿਹੜਾ ਬਕਾਇਆ, ਜਿਹੜਾ ਇਹ 1563 ਕਰੋੜ ਰੁਪਈਆ ਜਿਹੜਾ ਬਕਾਇਆ, ਇਹ ਇਸ ਦੇ ਵਿੱਚੋਂ ਜੇਕਰ ਅਸੀਂ ਪੁਰਾਣੇ ਸਿਸਟਮ ਦੇ ਨਾਲ ਵੀ ਚੱਲੀਏ ਤੇ ਜਿਹੜਾ 90% ਹੈ ਉਹ ਇਹਨਾਂ ਦਾ ਹੈ ਤੇ 10% ਸਾਡੇ 156 ਕਰੋੜ ਅਸੀਂ ਅੱਜ ਵੀ ਦੇਣ ਨੂੰ ਤਿਆਰ ਹਾਂ। ਪਰੰਤੂ ਇਹ ਵੀ ਜੋ ਦਲਿਤਾਂ ਦੇ ਨਾਲ ਆਪਾਂ ਉਹਨਾਂ ਨੂੰ ਗੁੰਮਰਾਹ ਕਰ ਰਹੇ ਹਾਂ, ਵਿਦਿਆਰਥੀਆਂ ਨੂੰ ਗੁੰਮਰਾਹ ਕਰ ਰਹੇ ਹਾਂ ਔਰ ਅਸੀਂ ਦਲਿਤਾਂ ਦੇ ਨਾਲ ਜੋ ਸਿਆਸਤ ਖੇਡ ਰਹੇ ਹਾਂ, ਇਹ ਬਹੁਤ ਸ਼ਰਮਨਾਕ ਹੈ। ਤੁਹਾਡਾ ਕਹਿਣਾ ਪੋਲਿਟਿਕਸ ਕੀਤੀ ਜਾ ਰਹੀ ਹੈ, ਜੇ ਅੱਗੇ ਵੀ ਆਹੀ ਕੁਝ ਕੀਤਾ ਜਾਂਦਾ ਤਾਂ ਤੁਹਾਡੇ ਵੱਲੋਂ ਕੀ ਕੁਝ ਐਕਸ਼ਨ ਲਿਆ ਜਾਊਗਾ? ਦੇਖੋ, ਇਹ ਜਿਹੜੀ ਮੈਂ ਤਾਂ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਨੇ ਵਿਜੇ ਸਾਂਪਲਾ ਜੀ, ਇਹ ਪਿਛਲੀ ਵਾਰ ਜਦੋਂ ਪਿਛਲੀ ਸਰਕਾਰ ਦੇ ਵਿੱਚ, ਪਹਿਲੀ ਸਰਕਾਰ ਦੇ ਵਿੱਚ ਪਹਿਲੇ 5 ਸਾਲ ਦੇ ਵਿੱਚ ਉਹ ਉਦੋਂ ਮਿਨਿਸਟਰ ਆਫ ਸਟੇਟ ਇਸੇ ਡਿਪਾਰਟਮੈਂਟ ਦੇ ਸੀ ਔਰ ਇਹਨਾਂ ਦੁਆਰਾ ਉਦੋਂ ਵੀ ਕੋਈ ਗੌਰ ਨਹੀਂ ਕੀਤੀ ਗਈ। ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੱਜ ਇੱਥੇ ਰਾਜਨੀਤੀ ਕਰ ਰਿਹਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ, ਇਹ ਵੀ ਉਹਨਾਂ ਦੇ ਸਾਥੀ ਸਨ 2020 ਤੱਕ, ਸਤੰਬਰ 2020 ਤੱਕ ਇਹਨਾਂ ਵੱਲੋਂ ਵੀ ਕੁਝ ਨਹੀਂ ਕੀਤਾ ਗਿਆ। ਸੋ ਸਾਡੀ ਇਹਨਾਂ ਨੂੰ ਬੇਨਤੀ ਹੈ ਕਿ ਆਪਾਂ ਸਮਨਿੰਗ ਸਾਂਪਲਾ ਸਾਹਿਬ ਕਰ ਰਹੇ ਆ, ਉਹਨਾਂ ਕੋਲ ਬਹੁਤ ਪਾਵਰਸ ਨੇ, ਉਹਨਾਂ ਦਾ ਕਮਿਸ਼ਨ ਪਾਵਰਫੁਲ ਹੈ ਤੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਸਮਨਿੰਗ ਜਿਹੜੀ ਹੈ, ਜਿਹੜੇ ਕੰਸਰਨਡ ਮਿਨਿਸਟਰ ਨੇ, ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਮਿਨਿਸਟਰ, ਯੂਨੀਅਨ ਮਿਨਿਸਟਰ ਨੇ, ਉਹਨਾਂ ਨੂੰ ਵੀ ਸਮਨ ਕੀਤਾ ਜਾਵੇ, ਸੈਕਟਰੀ ਸਾਹਿਬ ਨੂੰ ਵੀ ਸਮਨ ਕੀਤਾ ਜਾਵੇ ਤਾਂ ਕਿ ਸਾਰਿਆਂ ਨੂੰ ਆਮਣੇ ਸਾਹਮਣੇ ਬਿਠਾ ਕੇ ਪੁੱਛਿਆ ਜਾਵੇ ਕਿ ਦੋਸ਼ ਕਿਹਦਾ ਹੈ। ਤਾਂ ਜਿੰਨਾ ਦੋਸ਼ ਉਹਨਾਂ ਦਾ 90% ਉਹਨਾਂ ਦਾ ਫਾਲਟ ਹੈ, ਆਪਣੇ 90% ਅਮਾਉਂਟ ਰਿਲੀਜ਼ ਕਰਨ। ਅਸੀਂ ਤਾਂ ਇਹ ਵੀ ਕਹਿੰਦੇ ਆ ਕਿ 165 ਕਰੋੜ ਵੀ ਛੱਡ ਦਿਓ, ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਜਿਹੜੇ ਸਾਡੇ ਸਰਕਾਰੀ ਕਾਲਜਸ ਦੇ ਬਕਾਇਆ ਨੇ ਉਹ 353 ਕਰੋੜ ਦੇ ਅਰਾਊਂਡ ਹੈ, ਅਸੀਂ ਉਹ ਵੀ ਦੇਣ ਨੂੰ ਛੱਡਣ ਨੂੰ ਤਿਆਰ ਹਾਂ। ਪਰੰਤੂ ਜਿਹੜਾ 1084 ਕਰੋੜ ਰੁਪਈਆ ਜਿਹੜਾ ਪ੍ਰਾਈਵੇਟ ਇੰਸਟੀਟਿਊਸ਼ਨ ਦਾ ਹੈ ਉਹ ਤਾਂ ਕੁਝ ਵੀ ਨਹੀਂ, ਇਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਇਮੀਡੀਏਟਲੀ। ਕੈਮਰਾਮੈਨ ਪ੍ਰਮੋਦ ਦੇ ਨਾਲ ਅਨਮੋਲ ਗੁਲਾਟੀ, ਜ਼ੀ ਮੀਡੀਆ, ਚੰਡੀਗੜ੍ਹ। ਤੇ ਹੁਣ ਮਾਮਲਾ ਗੁਰਦਾਸਪੁਰ ਦਾ, ਜਿੱਥੇ ਗੇਮ ਖੇਡਦਿਆਂ ਬੱਚੇ ਨੂੰ ਚੋਰ ਬਣਨ ਤੇ ਇਸ ਖੇਡ ਨੇ ਹੀ ਮਜਬੂਰ ਕਰ ਦਿੱਤਾ। ਗੇਮ ਕਰਕੇ ਬੱਚੇ ਨੇ ਹਜ਼ਾਰਾਂ ਰੁਪਏ ਉਡਾ ਦਿੱਤੇ। ਬੱਚਾ 6ਵੀਂ ਜਮਾਤ ਚ ਪੜ੍ਹਦਾ ਹੈ, 3-4 ਮਹੀਨਿਆਂ ਤੋਂ ਫ੍ਰੀ ਫਾਇਰ ਨਾਂ ਦੀ ਗੇਮ ਖੇਡ ਰਿਹਾ ਸੀ। ਇੱਕ ਰਿਪੋਰਟ ਰਾਹੀਂ ਤੁਹਾਨੂੰ ਪੂਰੀ ਗੱਲਬਾਤ ਸਮਝਾਉਂਦੇ ਹਾਂ।
ਇੱਕ ਦਿਨ ਖੁਦ ਹੀ ਪਤਾ ਨਹੀਂ ਇਹਦੇ ਕੀ ਦਿਲ 'ਚ ਆਇਆ ਪਰਸੋਂ ਇਹਦੇ, ਤੇ ਇਹਨੇ ਫਿਰ ਮੈਨੂੰ ਆ ਕੇ ਕਿਹਾ ਕਿ ਮੰਮਾ ਮੈਨੂੰ ਮਾਰਿਓ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਆ। ਤੇ ਮੈਂ ਕਿਹਾ ਹਾਂਜੀ ਦੱਸੋ। ਕਹਿੰਦਾ ਕਿ ਪੈਸੇ ਮੈਂ ਹੀ ਚੋਰੀ ਕੀਤੇ ਸੀ। ਤੇ ਫਿਰ ਮੈਂ ਇਹਨੂੰ ਕੁਝ ਨਹੀਂ ਕਿਹਾ ਕਿਉਂਕਿ ਮਾਰਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ। ਮੈਂ ਬਸ ਇਹਦੇ ਕੋਲ ਬੈਠੀ, ਮੈਨੂੰ ਪਿਆਰ ਨਾਲ ਸਮਝਾਇਆ ਕਿ ਆਰੁਸ਼ ਤੂੰ ਕੀ ਕੀਤਾ, ਇੰਨੇ ਪੈਸੇ ਕਦੋਂ ਤੋਂ ਚੋਰੀ ਕਰ ਰਿਹਾ। ਫਿਰ ਇਹਨੇ ਆਪੇ ਦੱਸਿਆ ਕਿ ਮੈਂ 3-4 ਮਹੀਨੇ ਤੋਂ ਚੋਰੀ ਕਰ ਰਿਹਾ। ਤੇ ਮੈਂ ਕਿਹਾ ਤੂੰ ਪੈਸੇ ਕਿੰਨੇ ਕੱਢਦਾ ਸੀਗਾ? ਕਹਿੰਦਾ ਵੀ ਜਿੰਨੇ ਦਾ ਮੈਂ ਰੀਚਾਰਜ ਕਰਵਾਉਣਾ ਹੁੰਦਾ ਸੀਗਾ 200 500 1000 1500 ਇੱਦਾਂ ਕੱਢਦਾ ਰਿਹਾ। ਮੈਂ ਕਿਹਾ ਅੰਦਾਜ਼ਾ ਕੋਈ ਕਿੰਨੇ ਤੱਕ ਕੱਢ ਲਈ ਹੁਣ ਤੂੰ ਅੱਜ ਤੱਕ? ਕਹਿੰਦਾ 50-60 ਹਜ਼ਾਰ ਤਾਂ ਮੈਂ ਚੋਰੀ ਕਰ ਲਿਆ, ਉਹ ਸਾਰੇ ਦੇ ਰੀਚਾਰਜ ਕਰਵਾਏ। ਮੈਂ ਕਿਹਾ ਫਿਰ ਤੂੰ 18,000 ਇੱਕ ਵਾਰੀ ਤੂੰ ਲਿਆ ਸੀ, ਉਹਦੇ ਤੂੰ ਕੀ ਕੀਤਾ? ਕਹਿੰਦਾ ਮੈਂ ਰੋਜ਼ ਉਹਦਾ 1600 ਦਾ ਰੀਚਾਰਜ ਕਰਵਾਉਂਦਾ ਰਿਹਾ, ਮੇਰੇ 10-12 ਦਿਨ ਨਿਕਲ ਗਏ ਸੀ ਉਹਦੇ ਨਾਲ। ਕੋਰੋਨਾ ਦੇ ਚੱਲਦਿਆਂ ਲਾਕਡਾਊਨ ਲੱਗਿਆ ਤੇ ਚੰਡੀਗੜ੍ਹ ਦੀ ਸੁਖਨਾ ਲੇਕ ਲੰਬੇ ਸਮੇਂ ਤੋਂ ਬੰਦ ਹੋ ਗਈ। ਇੱਥੇ ਰੌਣਕਾਂ ਘਟ ਗਈਆਂ ਤੇ ਜੋ ਲੋਕ ਇੱਥੇ ਪਹੁੰਚਦੇ ਸੀ ਉਹਨਾਂ ਦਾ ਕੰਮਕਾਰ ਵੀ ਹੁਣ ਖੁੰਝ ਗਿਆ। ਅਜਿਹੇ ਹੀ ਸ਼ਖਸ ਨੇ ਗੁਰਚਰਨ ਸਿੰਘ, ਜਿਨ੍ਹਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਣੇ। ਲੰਬੇ ਸਮੇਂ ਤੋਂ ਸੁਖਨਾ ਲੇਕ ਤੇ ਸੈਲਾਨੀਆਂ ਨੂੰ ਊਂਟ ਦੀ ਸਵਾਰੀ ਕਰਾਉਂਦੇ ਸਨ, ਪਰ ਅੱਜ ਇਹ ਤੇ ਇਹਨਾਂ ਦਾ ਊਂਟ ਦੋਵੇਂ ਬੇਰੁਜ਼ਗਾਰ ਨੇ। ਦੌਰਾਨ ਕਈ ਲੋਕਾਂ ਨੂੰ ਘਰੇ ਬੰਨ ਕੇ ਰੱਖ ਦਿੱਤਾ ਗਿਆ ਕਿਉਂਕਿ ਲੋਕਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਸੀਗਾ। ਇਸ ਦੌਰਾਨ ਕਈ ਲੋਕ ਬੇਰੋਜ਼ਗਾਰ ਹੋਏ, ਪਰ ਇੱਕ ਇਹੋ ਜਿਹੀ ਕਹਾਣੀ ਦਿਖਾ ਰਹੇ ਆ ਕਿ ਨਾ ਸਿਰਫ ਲੋਕ ਬਲਕਿ ਜਾਨਵਰ ਜਿਹੜੇ ਨੇ ਉਹ ਵੀ ਬੇਰੋਜ਼ਗਾਰ ਹੋ ਗਏ, ਜਿਹੜੇ ਕਿ ਕਮਾ ਰਹੇ ਸੀਗੇ, ਖਾ ਰਹੇ ਸੀਗੇ। ਕਿਵੇਂ, ਇਹ ਤੁਹਾਨੂੰ ਦੱਸਦੇ ਆ ਕਿ ਸੁਖਨਾ ਲੇਕ ਦੀ ਜੇ ਗੱਲ ਕਰੀਏ ਤਾਂ ਸੁਖਨਾ ਲੇਕ ਦੀ ਇੱਕ ਸ਼ਾਨ ਹੁੰਦੀ ਸੀ ਕੈਮਲ ਰਾਈਡ। ਹਰ ਕੋਈ ਜਿਹੜਾ ਵੀ ਟੂਰਿਸਟ ਉੱਤੇ ਪਹੁੰਚਦਾ ਸੀਗਾ ਕੈਮਲ ਰਾਈਡ ਜ਼ਰੂਰ ਕਰਦਾ ਸੀਗਾ। ਊਂਟ ਦੇ ਉੱਤੇ ਬਹਿ ਕੇ ਸੁਖਨਾ ਲੇਕ ਦੇ ਨਜ਼ਾਰੇ ਦੇਖਦੇ ਸੀ। ਪਰ ਅੱਜ ਕਿਉਂਕਿ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਹਜੇ ਤੱਕ ਨਾ ਉਹ ਨਜ਼ਾਰੇ ਰਹੇ, ਨਾ ਲੋਕਾਂ ਨੂੰ ਸੁਖਨਾ ਲੇਕ ਤੇ ਜਾਣ ਦਾ ਦੁਬਾਰਾ ਚਾਂਸ ਜਿਹੜਾ ਹੈ ਉਹ ਮਿਲ ਪਾਇਆ। ਫਿਲਹਾਲ ਸਾਡੇ ਨਾਲ ਗੁਰਚਰਨ ਸਿੰਘ ਜੀ ਨੇ। ਗੁਰਚਰਨ ਸਿੰਘ ਜੀ, ਤੁਸੀਂ 40 ਸਾਲਾਂ ਤੋਂ ਜਿਹੜਾ ਹੈ ਉਹ ਕੈਮਲ ਰਾਈਡ ਉੱਥੇ ਕਰਾ ਰਹੇ ਸੀਗੇ, ਪਰ ਕਿੰਨਾ ਸਮਾਂ ਹੋ ਗਿਆ ਹੁਣ? ਹੁਣ 1.5 ਸਾਲ ਹੋ ਗਿਆ ਮੈਨੂੰ। 8 ਮਹੀਨੇ ਪਹਿਲਾਂ ਬੈਠੇ ਰਹੇ, 5 ਮਹੀਨੇ ਹੋ ਗਏ ਜੀ। ਕੀ ਕਰੀਏ, ਬਸ ਕੰਮ ਹੈ ਨਹੀਂ ਹੋਰ ਕੋਈ, ਨਾ ਜਾਣ ਦਿੰਦੇ, ਮੂੰਹ ਬੰਨ ਕੇ ਬਿਠਾ ਦੇ। ਕਿੰਨੀ ਦਿਨ ਦੀ ਇੱਕ ਦਿਨ ਦੀ ਕਮਾਈ ਹੋ ਜਾਂਦੀ ਸੀਗੀ ਜਿਹੜੀ ਕਿ ਪਿਛਲੇ 1 ਸਾਲ ਤੋਂ ਬੰਦ ਪਈ ਹੈ? ਬੱਚੇ ਦਾ ਜਨਮ ਦਿਨ ਵੀ ਹੁੰਦੇ ਆ, ਪਾਰਟੀਆਂ ਵੀ ਹੋਵਾਂਦੀਆਂ, ਮੈਨੂੰ ਤਾਂ ਫੋਨ ਆਉਂਦੇ ਹਰ ਫੋਨ ਪਰ ਬੁਲਾਵਾਂ ਤੇ ਜੀ, ਨੰਬਰ ਦਿਆ ਵਾ ਤਾਂ ਉਹਨਾਂ ਨੂੰ। ਬਾਈ ਕੰਮ ਸਾਰੇ ਠੱਪ ਪਏ ਆ ਜੀ। ਕਿੰਨਾ ਕੁ ਨੁਕਸਾਨ ਹੋਇਆ ਹਜੇ ਤੱਕ? ਜੇ ਰੋਜ਼ ਦੀ ਗੱਲ ਕਰੀਏ, ਹਰ ਰੋਜ਼ ਕਿੰਨੀ ਦਿਹਾੜੀ ਹੋ ਜਾਂਦੀ ਸੀ? ਤਾਂ ਜੇ ਮਾੜਾ ਤੇ ਮਾੜਾ ਵੀ ਲਾਵਾ 1.5 ਲੱਖ ਦਾ ਹੋ ਗਿਆ 1.5 ਸਾਲ ਮਾ। 1.5 ਲੱਖ ਤੋਂ ਵੱਧ ਦਾ ਨੁਕਸਾਨ ਜਿਹੜਾ ਹੈ ਹੋ ਗਿਆ। ਕਿੰਨੇ ਸਾਲਾਂ ਤੋਂ ਤੁਸੀਂ ਜਿਹੜੀ ਉਹ ਊਂਟ ਦੀ ਸਵਾਰੀ ਉੱਥੇ ਕਰਾ ਰਹੇ ਸੀਗੇ? ਮੈਨੂੰ ਇੱਥਾ 25 ਸਾਲ ਹੋ ਗਏ ਜੀ ਕਲੱਬ ਮੈਂ, ਚੰਡੀਗੜ੍ਹ ਕਲੱਬ ਮੈਂ। ਕਿਸ ਤਰੀਕੇ ਨਾਲ ਖਰਚਾ ਕਿਸ ਤਰੀਕੇ ਨਾਲ ਕਰ ਰਹੇ ਹੋ? ਜਿਹੜਾ ਕਮਾਇਆ ਖੂਮੂਆ ਦਾ ਉਹੀ ਖਾ ਰਹੇ ਅੱਜ ਕੱਲ੍ਹ। ਇਸ ਤੋਂ ਇਲਾਵਾ ਕਿਤੋਂ ਕੋਈ ਕਮਾਈ ਦਾ ਸਾਧਨ ਨਹੀਂ ਹੈ? ਨਾ, ਬੱਚੇ ਕਮਾ ਲਿਆ ਮੈਂ ਮਾੜਾ ਮੋਟਾ, ਇਹ ਟੈਂਕਰ ਪਾਣੀ ਦੇ ਰੱਖੇ ਵੇ ਆ, ਇਹ ਟਰੈਕਟਰ ਰੱਖੇ ਵੇ ਆ, ਮਾੜਾ ਮੋਟਾ ਚਲੀ ਜਾਈ ਦਾਲ ਰੋਟੀ ਬਸ। ਊਂਟ ਕਿੰਨੇ ਸਾਲ ਦਾ, ਕਿੰਨਾ ਖਰਚਾ ਹੋ ਜਾਂਦਾ ਇਹਦਾ? ਖਰਚਾ ਤਾਂ ਅੱਜ ਕੱਲ੍ਹ ਇਹ ਜੀ ਬਥੇਰਾ ਜੀ। ਖਰਚਾ ਤਾਂ ਰੋਜ਼ ਦਾ ਨਾ, रोज का 50 और 100 का रोज का ही खाली है, ये खड़े का भी। हाँ, 50 का काख, 50 का दाना। हाँ जी, रोज का घट्टो घट 100 तो 150 तो आराम नाल लगदा है। आराम से लग जाए। पर जे गल करिए थोड़ा करके, जे थोड़ा खड़ावा ना तो है 100 रुपया, जे पूरा दाना देवा इनू फिर तो 500 का भी खा लेगा। हाँ ये है ना। हाँ, ये 500 का भी खा लेगा जे पूरा दाना दिता जाए। जानवर 5 किलो दे बनदा कुछ नहीं। और ते ਕੀ ਪ੍ਰਸ਼ਾਸਨ ਤੋਂ ਕੋਈ ਅਪੀਲ ਕੀਤੀ ਕਦੇ ਜਾ ਕੇ ਕਿ ਉਹਨਾਂ ਨਾਲ ਗੱਲਬਾਤ ਕੀਤੀ ਜਾਏ ਕਿ ਮੈਨੂੰ ਘੱਟੋ ਘੱਟ ਕੋਈ ਸਾਧਨ ਦਿੱਤਾ ਜਾਵੇ ਜਾਂ ਕੋਈ ਰੋਜ਼ਗਾਰ ਦਾ ਜਰੀਆ ਦਿੱਤਾ ਜਾਵੇ ਜਿਸ ਤਰੀਕੇ ਨਾਲ ਮੈਂ ਕਰਾ ਰਿਹਾ ਸੀਗਾ? मैं इस तरह नहीं मैं गया क्लब में, मैं गया ही नहीं है, वेला छुट गया। इसके नाल बीच में काम खुल गया था, उन्होंने बुलाया मैनू 3 बारी जाता रहा, 3 पार्टियां से गया मैं। मुड़ का फिर मेरे थोड़ी जी सट लग गई थी, भाई इन्होंने कोरोना लग गया, फिर मैं बस। ਉਮੀਦ ਵੀ ਹੈ ਕਿ ਜਲਦ ਜਿਹੜਾ ਹੈ ਉਹ ਲੋਕਡਾਊਨ ਹਟੇਗਾ, ਦੁਬਾਰਾ ਤੋਂ ਜਿਹੜੀ ਸੁਖਨਾ ਲੇਕ ਦੀ ਸ਼ਾਨ ਸੀਗੀ ਕੈਮਲ ਰਾਈਡ ਉਹ ਵੇਖਣ ਨੂੰ ਮਿਲੇਗੀ, ਕਿਉਂਕਿ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਹੋ ਰਿਹਾ ਹੈ। ਊਂਠ ਦਾ ਵੀ ਆਪਣਾ ਖਰਚਾ ਹੈ, ਜਿਹੜਾ ਪਰਿਵਾਰ ਵੀ ਪਾਲਣਾ, ਪਰ ਨਾਲ ਦੇ ਨਾਲ ਜਿਹੜਾ ਇਤਿਹਾਸ ਸੀਗਾ ਕਿ ਸੰਸਕ੍ਰਿਤੀ ਸੀਗੀ ਸੁਖਨਾ ਲੇਕ ਦੀ ਕਿ ਕੈਮਲ ਰਾਈਡ ਜਿਹੜੀ ਹੈ ਉੱਥੇ ਪਹੁੰਚਦੇ ਸੀਗੇ ਟੂਰਿਸਟ ਦੇਖਣ ਲਈ, ਕਰਨ ਲਈ, ਤੇ ਉੱਤੇ ਬਹਿ ਕੇ ਕੈਮਲ ਦੇ ਜਿਹੜਾ ਹੈ ਊਂਠ ਤੇ ਬਹਿ ਕੇ ਜਿਹੜੇ ਸੁਖਨਾ ਲੇਕ ਦੇ ਨਜ਼ਾਰੇ ਸੀਗੇ ਉਹ ਜਲਦ ਹੀ ਦੇਖਣ ਨੂੰ ਮਿਲਣਗੇ। ਇਸੇ ਤਰੀਕੇ ਦੀ ਉਮੀਦ ਜਿਹੜੀ ਹੈ ਉਹ ਹਰ ਕੋਈ ਕਰ ਰਿਹਾ ਹੈ। ਕੈਮਰਾਮੈਨ ਅੰਕੁਰ ਦੇ ਨਾਲ ਬਜ਼ਮ ਵਰਮਾ, ਜ਼ੀ ਮੀਡੀਆ, ਚੰਡੀਗੜ੍ਹ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਭਾਨੇਵਾਲਾ ਦੇ ਨੌਜਵਾਨ ਕਰੋਨਾ ਕਾਲ ਦੇ ਵਿੱਚ ਆਪਣੇ ਖੇਤਾਂ 'ਚ ਆਰਗੈਨਿਕ ਸਬਜ਼ੀਆਂ ਦੀ ਖੇਤੀ ਕਰਕੇ WhatsApp ਕਰਕੇ ਹੋਮ ਡਿਲੀਵਰੀ ਵੀ ਉਹਨਾਂ ਦੀ ਕਰਦੇ ਨੇ ਤੇ ਚੰਗੇ ਪੈਸੇ ਕਮਾ ਰਹੇ ਨੇ। 25 ਸਾਲਾ ਨੌਜਵਾਨ ਸੁਰਜੀਤ ਸਿੰਘ ਦੀ ਇਸੇ ਤਰ੍ਹਾਂ ਦੀ ਜਰਨੀ ਰਹੀ ਹੈ। ਮਕੈਨੀਕਲ ਇੰਜੀਨੀਅਰ ਉਹਨਾਂ ਨੇ ਡਿਗਰੀ ਕੀਤੀ, ਉਸ ਤੋਂ ਬਾਅਦ ਸਬਜ਼ੀਆਂ ਦੀ ਖੇਤੀ ਕਰਨ ਦਾ ਮਨ ਬਣਾਇਆ ਤੇ ਅੱਜ ਵੀ ਹੋਰਨਾਂ ਨੌਜਵਾਨਾਂ ਨੂੰ ਸੇਧ ਦੇ ਰਹੇ ਨੇ।
ਬੰਦਾ ਚਾਹੇ ਤਾਂ ਸਭ ਕੁਝ ਕਰ ਸਕਦਾ ਹੈ, ਖਾਸ ਕਰਕੇ ਪੰਜਾਬ ਦਾ ਨੌਜਵਾਨ ਜਿਸ ਦੇ ਜੋਸ਼ ਤੇ ਜਜ਼ਬੇ ਦਾ ਲੋਹਾ ਪੂਰੀ ਦੁਨੀਆ ਮੰਨਦੀ ਹੈ। ਹਾਲਾਂਕਿ ਕਈ ਪੰਜਾਬੀ ਵਿਦੇਸ਼ਾਂ 'ਚ ਜਾਣ ਨੂੰ ਤਰਜੀਹ ਦਿੰਦੇ ਨੇ, ਪਰ ਕਈ ਅੱਜ ਵੀ ਨੇ ਜੋ ਆਪਣੀ ਖੇਤੀ ਨੂੰ ਤੇ ਆਪਣੇ ਪੰਜਾਬ ਨੂੰ ਹੀ ਪਿਆਰ ਕਰਦੇ ਨੇ। ਗੱਲ ਕਰ ਰਹੇ ਹਾਂ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਭਾਨੇਵਾਲਾ ਦੇ ਸੁਰਜੀਤ ਸਿੰਘ ਦੀ। 25 ਸਾਲਾਂ ਦੇ ਸੁਰਜੀਤ ਮਕੈਨੀਕਲ ਇੰਜੀਨੀਅਰ ਦੀ ਡਿਗਰੀ ਕਰ ਚੁੱਕੇ ਨੇ, ਪਰ ਉਹ ਇਸ ਦਾ ਇਸਤੇਮਾਲ ਆਪਣੀ ਖੇਤੀ ਨੂੰ ਸੁਰਜੀਤ ਕਰਨ ਲਈ ਕਰ ਰਹੇ ਨੇ। 7 ਏਕੜ ਦੀ ਜ਼ਮੀਨ ਦੇ ਵਿੱਚ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਉਗਾਉਂਦੇ ਨੇ ਤੇ ਘਰਾਂ ਤੱਕ ਉਸ ਦੀ ਹੋਮ ਡਿਲੀਵਰੀ ਕਰਦੇ ਨੇ। ਦੱਸ ਦਈਏ ਕਿ ਸੁਰਜੀਤ ਸਿੰਘ BA ਮਕੈਨੀਕਲ ਇੰਜੀਨੀਅਰ ITI ਹੋਰ ਤੇ ਹੋਰ ਆਪਰੇਸ਼ਨ ਥੀਏਟਰ ਆਪਰੇਟਰ ਦਾ ਕੋਰਸ ਵੀ ਕਰ ਚੁੱਕੇ ਨੇ, ਪਰ ਇਸ ਸਭ ਦੇ ਬਾਵਜੂਦ ਘਰ ਵਾਲਿਆਂ ਦਾ ਵਿਰੋਧ ਸਹਿੰਦਿਆਂ ਹੋਇਆਂ ਬਿਮਾਰੀਆਂ ਨੂੰ ਜੜੋਂ ਫੜਨ ਦੇ ਲਈ ਬਿਨਾਂ ਕਿਸੇ ਖਾਦ ਤੇ ਕੀਟਨਾਸ਼ਕ ਦੇ ਆਰਗੈਨਿਕ ਦਵਾਈਆਂ ਉਗਾਉਣੀਆਂ ਉਹਨਾਂ ਨੇ ਸ਼ੁਰੂ ਕੀਤੀਆਂ, ਕਿਉਂਕਿ ਅੱਜ ਕੱਲ ਕੋਈ ਚੀਜ਼ ਸ਼ੁੱਧ ਨਾ ਹੋਣ ਦੇ ਚੱਲਦਿਆਂ ਹੀ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ। ਅਸੀਂ ਇਸ ਵਿੱਚ ਦੇਸੀ ਵਰਤੇ ਜੋ ਆਪਣੇ ਪੁਰਾਣੇ ਸਮੇਂ 'ਚ ਲੋਕ ਵਰਤੇ, ਅਸੀਂ ਸਪਰੇਅ ਦੇ ਤੌਰ ਤੇ ਵਰਤਦੇ ਹਾਂ। ਖੱਟੀ ਲੱਸੀ ਹੋ ਗਈ, ਅੱਕ ਦੇ ਪੱਤੇ, ਨਿੰਮ ਦੇ ਪੱਤੇ ਹੋ ਗਏ, ਜਾਂ ਹਰੀਆਂ ਮਿਰਚਾਂ ਗ੍ਰਾਈਂਡ ਕਰਕੇ ਤੇ ਲਸਣ ਥੋੜ੍ਹਾ ਜਿਹਾ ਪਾ ਕੇ ਉਹਨਾਂ ਨੂੰ ਉਬਾਲ ਕੇ ਉਸ ਦੀ ਸਪਰੇਅ ਕਰਦੇ ਹਾਂ। ਤੇ ਖਾਦ ਦੇ ਰੂਪ ਵਿੱਚ ਅਸੀਂ ਰੂੜੀ ਪਾਉਂਦੇ ਹਾਂ, ਜਾਂ ਅਸੀਂ ਵੇਸਟ ਡੀਕੰਪੋਜ਼ਰ ਤੋਂ ਖਾਦ ਬਣਾਈ ਸੀਗੀ ਉਹ ਪਾਉਂਦੇ ਹਾਂ ਜੀ। ਇਸ ਤੋਂ ਇਲਾਵਾ ਕੁਝ ਨਹੀਂ ਜੀ। ਹੁਣ ਅਸੀਂ ਇੱਕ ਗਰੁੱਪ ਬਣਾਇਆ, ਇਹਦੇ ਗਰੁੱਪ ਦੇ ਵਿੱਚ ਸਾਨੂੰ ਦੱਸ ਦਿੰਦੇ ਵੀ ਸਾਨੂੰ ਆਹ ਸਬਜ਼ੀ ਚਾਹੀਦੀ ਹੈ, ਅਸੀਂ ਪੈਕ ਕਰ ਦਿੰਦੇ ਸਬਜ਼ੀ ਤੇ ਉਹਨਾਂ ਦੇ ਘਰੇ ਪਹੁੰਚਾ ਦਿੰਦੇ ਹਾਂ। ਇਸ ਸਭ ਤੋਂ ਬਾਅਦ ਲੋਕਾਂ ਦਾ ਵੀ ਚੰਗਾ ਰਿਸਪਾਂਸ ਮਿਲਿਆ। ਫਿਰੋਜ਼ਪੁਰ ਦੇ ਅਗਰਸੇਨ ਚੌਕ ਦੇ ਵਿੱਚ ਹਫ਼ਤੇ ਦੀਆਂ 3 ਦੁਕਾਨਾਂ ਤੋਂ ਸ਼ੁਰੂਆਤ ਕੀਤੀ ਤੇ ਫਿਰ ਦੋਸਤਾਂ ਦੇ ਕਹਿਣ ਤੇ WhatsApp ਗਰੁੱਪ ਬਣਾ ਕੇ ਹੁਣ ਘਰ-ਘਰ ਸਬਜ਼ੀਆਂ ਡਿਲੀਵਰੀ ਕੀਤੀਆਂ ਜਾ ਰਹੀਆਂ ਨੇ। ਗਾਹਕਾਂ ਦਾ ਕੀ ਕਹਿਣਾ ਉਹ ਵੀ ਸੁਣਦੇ ਹਾਂ। ਇਹ ਜ਼ਹਿਰ ਮੁਕਤ ਨੇ, ਪੈਸਟੀਸਾਈਡ ਮੁਕਤ ਨੇ। ਇਹਨਾਂ ਸਬਜ਼ੀਆਂ ਨਾਲ ਮੈਨੂੰ ਲਗਭਗ 1.5-2 ਮਹੀਨੇ ਤੋਂ ਮੈਂ ਇਹ ਸਬਜ਼ੀ ਪ੍ਰਯੋਗ ਕਰ ਰਿਹਾ ਔਰ ਮੈਨੂੰ BP ਦੀ ਸ਼ਿਕਾਇਤ ਸੀ, ਉਹ ਮੇਰੀ ਘਟ ਗਈ ਆ। ਜ਼ਾਹਿਰ ਹੈ ਕਿ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਸੁਰਜੀਤ ਨੂੰ ਕੋਈ ਚੰਗੀ ਨੌਕਰੀ ਮਿਲ ਸਕਦੀ ਸੀ, ਪਰ ਉਹਨਾਂ ਨੇ ਆਪਣੇ ਖੇਤ, ਆਪਣੀ ਖੇਤੀ ਤੇ ਆਪਣੇ ਪੰਜਾਬ ਨੂੰ ਚੁਣਿਆ ਤੇ ਲੋਕ ਵੀ 150 ਤੋਂ ਜ਼ਿਆਦਾ ਸੁਰਜੀਤ ਨਾਲ ਜੁੜ ਚੁੱਕੇ ਨੇ। ਦਿਲਚਸਪ ਤਾਂ ਇਹ ਹੈ ਕਿ ਸੁਰਜੀਤ ਘਰ ਵਿੱਚ ਬਣੀ ਲੱਸੀ, ਲਸਣ ਤੇ ਹੋਰ तमाम ਚੀਜ਼ਾਂ ਮਿਲਾ ਕੇ ਉਹਨਾਂ ਨੂੰ ਉਬਾਲ ਕੇ ਹੀ ਸਬਜ਼ੀਆਂ ਦੇ ਲਈ ਸਪਰੇਅ ਤਿਆਰ ਕਰਦੇ ਨੇ ਤੇ ਜੈਵਿਕ ਖਾਦ ਪਾਉਂਦੇ ਨੇ। ਜ਼ਾਹਿਰ ਹੈ ਕਿ ਅਜਿਹੇ ਉਦਮੀ ਨੌਜਵਾਨਾਂ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰਨ ਦੀ ਲੋੜ ਹੈ। ਲੋਕਾਂ ਨੂੰ ਲੋੜ ਹੈ ਕਿ ਅਜਿਹੇ ਨੌਜਵਾਨਾਂ ਦੇ ਨਾਲ ਜੁੜਨ ਤਾਂ ਜੋ ਪੰਜਾਬ ਇੱਕ ਵਾਰ ਫਿਰ ਤੋਂ ਤੰਦਰੁਸਤ ਤੇ ਖੁਸ਼ਹਾਲ ਹੋ ਸਕੇ। ਫਿਰੋਜ਼ਪੁਰ ਤੋਂ ਰਾਜੇਸ਼ ਕਟਾਰੀਆ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ। ਇਹਨਾਂ ਖਬਰਾਂ ਦੇ ਨਾਲ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਬਣੇ ਰਹੋ ਜ਼ੀ ਮੀਡੀਆ ਦੇ ਨਾਲ। ਸਤਿ ਸ਼੍ਰੀ ਅਕਾਲ।